ਹੈਲੋ एवरीवन। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਪੰਜਾਬੀ ਯੂਨੀਵਰਸਿਟੀ ਦਾ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਆਫ ਐਨਾਲਿਸਿਸ। ਜਿਵੇਂ ਕਿ ਤੁਹਾਡੇ ਸਾਰਿਆਂ ਦੇ ਐਗਜ਼ਾਮ ਸਟਾਰਟ ਹੋ ਚੁੱਕੇ ਨੇ ਤਾਂ ਲਾਸਟ ਟਾਈਮ 'ਤੇ ਅਸੀਂ ਰਿਵੀਜ਼ਨ ਕਰਨਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਹਾਂ ਕਿਹੜੇ ਕੁਐਸਚਨਸ ਇੰਪੋਰਟੈਂਟ ਨੇ, ਕਿਸ ਤਰ੍ਹਾਂ ਦਾ ਪੇਪਰ ਪੈਟਰਨ ਹੁੰਦਾ। ਅਤੇ ਸਾਰਿਆਂ ਤੁਹਾਡੇ ਹਿਸਾਬ ਲਈ ਇੱਕ ਯੂਜ਼ਫੁਲ ਵੀਡੀਓ ਹੋਏਗੀ। ਦੇਖੋ, ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬੀ ਯੂਨੀਵਰਸਿਟੀ ਦੇ ਜੋ ਪ੍ਰੀਵੀਅਸ ਈਅਰ ਕੁਐਸਚਨਸ ਹੁੰਦੇ ਆ ਉਹ ਰਿਪੀਟ ਹੁੰਦੇ ਆ, ਬਟ ਜਦੋਂ ਅਸੀਂ ਕੋਈ ਪਿਛਲਾ ਕੁਐਸਚਨ ਪੇਪਰ ਦੇਖਦੇ ਹਾਂ ਤਾਂ ਸਾਨੂੰ ਇਹ ਜਨਰਲ ਆਈਡੀਆ ਹੋ ਜਾਂਦਾ ਕਿ ਕਿਸ ਤਰ੍ਹਾਂ ਦਾ ਪੇਪਰ ਪੈਟਰਨ ਆ ਜਿਹੜਾ ਉਹ ਪਾਇਆ ਜਾਂਦਾ, ਜਾਂ ਕਿਸ ਤਰ੍ਹਾਂ ਦੇ ਕੁਐਸਚਨਸ ਨੇ ਜਿਹੜੇ ਉਹ ਪੇਪਰ ਦੇ ਵਿੱਚ ਸੈੱਟ ਕੀਤੇ ਜਾਂਦੇ ਨੇ। ਸੋ ਅੱਜ ਅਸੀਂ ਐਨਾਲਿਸਿਸ ਸੈਕਿੰਡ ਦਾ ਪੇਪਰ ਆ ਜਿਹੜਾ ਉਹ ਦੇਖਾਂਗੇ। ਸਮੈਸਟਰ ਹੈਗਾ 6th ਐਂਡ ਜਿਹੜਾ ਸਾਡਾ ਮੈਥਸ ਦਾ ਪੇਪਰ ਫਸਟ ਇਹਨੂੰ ਮੰਨਿਆ ਜਾਏਗਾ। ਜੇ ਅਸੀਂ ਸਮੈਸਟਰ ਅਕੋਰਡਿੰਗ ਦੇਖੀਏ ਤਾਂ ਸਾਡਾ 4th ਪੇਪਰ ਹੋਏਗਾ। ਕੀ ਆਇਆ ਸੀਗਾ ਬੱਚੇ ਪ੍ਰੀਵੀਅਸ ਈਅਰ ਪੇਪਰ? ਈਜ਼ੀ ਸੀਗਾ ਅਤੇ ਉਹਦੇ ਵਿੱਚ ਜਿਹੜਾ ਫਸਟ ਕੁਐਸਚਨ ਸੀਗਾ ਫਸਟ ਹੀ ਦੇਖੋ, ਤੁਹਾਨੂੰ ਪਤਾ ਹੈ ਕਿ ਤੁਹਾਡੇ ਜਿਹੜਾ ਐਨਾਲਿਸਿਸ ਉਹਦੇ ਵਿੱਚ 2 ਚੈਪਟਰਸ ਨੇ। 2 ਦੇ ਵਿੱਚੋਂ ਜਿਹੜਾ ਫਸਟ ਚੈਪਟਰ ਆ ਉਹ ਫਸਟ ਏ ਸੈਕਸ਼ਨ 'ਚ ਆ, ਜਿਹੜਾ ਬੀ ਆ ਉਹ ਸਾਡੇ ਕੋਲ ਜਿਹੜਾ ਸੈਕਿੰਡ ਚੈਪਟਰ ਆ ਉਹ ਬੀ ਸੈਕਸ਼ਨ 'ਚ ਆ। ਤਾਂ ਹੁਣ ਜਿਹੜੀ ਇਸ ਕੁਛ ਸਿਲੈਕਟਡ ਜਿਹੜੀਆਂ ਆਰਟੀਕਲਸ ਨੇ ਉਹ ਸੈਕਸ਼ਨ ਏ 'ਚ ਨੇ ਬੱਚੇ, ਅਤੇ ਉਹਦੇ ਵਿੱਚੋਂ ਵੀ ਕੁਛ ਇੰਪੋਰਟੈਂਟ ਆਰਟੀਕਲਸ ਨੇ, ਜਿਵੇਂ ਕਿ ਹੋ ਗਿਆ ਜਾਰਡਨ ਡੀਕੰਪੋਜੀਸ਼ਨ ਥਿਓਰਮ ਹੋ ਗਿਆ, ਆਰਕ ਲੈਂਥ ਹੋ ਗਿਆ, ਟੋਟਲ ਵੇਰੀਏਸ਼ਨ ਆਰਕ ਲੈਂਥ ਹੋ ਗਿਆ, ਜਾਂ ਫਿਰ ਐਡੀਟਿਵ ਪ੍ਰੋਪਰਟੀ ਹੋ ਗਈ ਉਹਨਾਂ ਦੋਹਾਂ ਦੀ। ਐਂਡ ਜੇਕਰ ਕੋਈ ਕਲੋਜ਼ਡ ਬਾਊਂਡਡ ਵੇਰੀਏਸ਼ਨ ਆ ਕਿਸੇ ਇੰਟਰਵਲ ਦੇ ਵਿੱਚ ਤਾਂ ਉਹਦੇ ਸਭ ਕਲੋਜ਼ ਨੇ ਇੰਟਰਵਲ 'ਚੋਂ। ਕੁਛ ਇਹੋ ਜਿਹੇ ਹੀ ਸਾਨੂੰ ਐਗਜ਼ਾਮ 'ਚ ਦੇਖਣ ਨੂੰ ਮਿਲੇ। ਜਿਵੇਂ ਕਿ ਫਸਟ ਐਗਜ਼ਾਮਪਲ ਸੀ ਉਹਨਾਂ ਦੀ, ਕਹਿੰਦੇ ਕੋਈ ਇੱਕ ਇਹ ਐਗਜ਼ਾਮਪਲ ਨੂੰ ਸ਼ੋਅ ਕਰਨਾ ਸੀਗਾ ਕਿ ਇਹ ਫੰਕਸ਼ਨ ਜਿਹੜਾ ਕੰਟੀਨਿਊਸ ਤਾਂ ਹੈ ਬਟ ਬਾਊਂਡਡ ਵੇਰੀਏਸ਼ਨ ਨੇ। ਦੇਖੋ ਬੱਚੇ, ਹੁਣ ਇੱਥੇ ਇਹਨਾਂ ਨੇ ਡਾਇਰੈਕਟ ਪਾਇਆ ਹੋਇਆ ਸੀਗਾ ਕਿ ਇਹ ਕੰਟੀਨਿਊਸ ਹੈ ਬਟ ਬਾਊਂਡਡ ਵੇਰੀਏਸ਼ਨ ਨਹੀਂ। ਮੇ ਵੀ ਤੁਹਾਨੂੰ ਇਹਦਾ ਆਰਟੀਕਲ ਹੀ ਆ ਸਕਦਾ ਕਿ ਪ੍ਰੂਵ ਦੈਟ ਆ ਫੰਕਸ਼ਨ ਵਿਚ ਇਜ਼ ਅ ਕੰਟੀਨਿਊਸ ਬਟ ਨਾਟ ਅ ਬਾਊਂਡਡ ਵੇਰੀਏਸ਼ਨ ਇਜ਼ ਕਨਵਰਸ ਇਜ਼ ਟਰੂ, ਜਾਂ ਫਿਰ ਐਵਰੀ ਬਾਊਂਡਡ ਵੇਰੀਏਸ਼ਨ ਇਜ਼ ਆਲਸੋ ਅ ਕੰਟੀਨਿਊਸ। ਮਤਲਬ ਕੁਛ ਇਸ ਤਰ੍ਹਾਂ ਦੇ ਨਾਲ ਥਿਓਰਮ ਵੀ ਬਣਾ ਕੇ ਪਾ ਸਕਦਾ ਅਤੇ ਉਹਦਾ ਕਨਵਰਸ ਪਾਰਟ ਪੁੱਛ ਸਕਦਾ। ਅਤੇ ਜਿੱਥੇ ਕਨਵਰਸ ਪਾਰਟ ਦੇ ਵਿੱਚ ਸਾਡੇ ਕੋਲ ਫੁੱਲਫਿਲ ਨਹੀਂ ਹੁੰਦਾ ਤਾਂ ਉੱਥੇ ਅਸੀਂ ਐਗਜ਼ਾਮਪਲ ਦੇਣੀ ਹੁੰਦੀ ਹੈ ਅਤੇ ਐਗਜ਼ਾਮਪਲ ਹੋ ਸਕਦੀ ਆ। ਅੱਗੇ ਇਹ ਬੱਚੇ ਫਸਟ ਹੀ ਐਕਸਰਸਾਈਜ਼ ਜਿੱਥੇ ਐਗਜ਼ਾਮਪਲ ਸਟਾਰਟ ਹੁੰਦੀ ਹੈ ਉਹਨਾਂ ਦੀ ਈਵਨ ਥਰਡ ਐਗਜ਼ਾਮਪਲ ਹੈ ਸੋਲਵਡ ਐਗਜ਼ਾਮਪਲ ਦੇ ਵਿੱਚੋਂ। ਅੱਗੇ ਐਡੀਟਿਵ ਪ੍ਰੋਪਰਟੀ ਆਫ ਆਰਕ ਲੈਂਥ। ਦੇਖੋ, ਮੈंने ਕਿਹਾ ਕਿ ਇਹ ਥੋੜ੍ਹੀਆਂ ਜਿਹੀਆਂ ਇੰਪੋਰਟੈਂਟ ਨੇ। ਆਰਕ ਲੈਂਥ ਦੇ ਵਿੱਚ ਜਾਓਗੇ ਤਾਂ ਤੁਸੀਂ ਰੈਕਟੀਫਾਈਬਲ ਕਰਵ ਦਾ ਜਿੱਥੇ ਟੋਪਿਕ ਪੜ੍ਹੋਗੇ ਨੀਅਰ ਅਬਾਊਟ 21 ਟੂ ਆਰਟੀਕਲ ਤੋਂ ਬਾਅਦ ਸਟਾਰਟ ਹੁੰਦਾ। 25th ਆਰਟੀਕਲ ਹੈ ਇਹ, ਜੇਕਰ ਅਸੀਂ ਸਪੈਕਟਰਮ ਦੀ ਬੁੱਕ ਫੋਲੋ ਕਰ ਰਹੇ ਤਾਂ ਆਰਟੀਕਲ ਨੰਬਰ 25th ਆਇਆ ਹੋਇਆ। ਸੈਕਿੰਡ ਕੁਐਸਚਨ ਉਹਦਾ ਏ ਪਾਰਟ ਆ, ਜਿਹੜਾ ਬੀ ਪਾਰਟ ਕਹਿੰਦੇ ਜੇਕਰ ਕੋਈ ਫੰਕਸ਼ਨ ਬਾਊਂਡਡ ਵੇਰੀਏਸ਼ਨ ਆ ਤਾਂ ਉਹ ਸਬ ਇੰਟਰਵਲ ਦੇ ਵਿੱਚ ਵੀ ਬਾਊਂਡਡ ਵੇਰੀਏਸ਼ਨ ਹੋਏਗਾ। ਇਹ ਹੈਗਾ ਸਾਡੇ ਕੋਲ ਆਰਟੀਕਲ ਨੰਬਰ 6, ਆਰਟੀਕਲ ਨੀਅਰ ਅਬਾਊਟ 6 ਆ। ਐਂਡ ਨੈਕਸਟ ਕੁਐਸਚਨ ਸੀਗਾ ਇਹ ਟੋਟਲ ਵੇਰੀਏਸ਼ਨ ਦੇ ਕੁਐਸਚਨ ਸੀਗਾ ਬੱਚੇ। ਟੋਟਲ ਵੇਰੀਏਸ਼ਨ ਦਾ ਆਰਟੀਕਲ ਨੰਬਰ 11 ਦੇ ਵਿੱਚ ਜਾਓਗੇ ਤਾਂ ਉੱਥੇ ਆਰਟੀਕਲ 11 ਦੇ ਵਿੱਚ ਤੁਹਾਨੂੰ ਪਿਆ ਉੱਥੇ 2 ਵੀ ਪਾਰਟ ਬਣਾ ਕੇ ਨੇ। ਨੈਕਸਟ ਕੁਐਸਚਨ ਜਿਹੜਾ ਸਾਡੇ ਕੋਲ ਸੀਗਾ ਉਹ ਸੀਗਾ ਇਫ ਫੰਕਸ਼ਨ ਇਜ਼ ਅ ਮੋਨੋਟੋਨ ਔਨ ਦੈਨ ਐਫ ਇਜ਼ ਅ ਬਾਊਂਡਡ ਵੇਰੀਏਸ਼ਨ। ਇਹਦਾ ਤੁਹਾਡੇ ਵਿੱਚ ਸਟਾਰਟਿੰਗ ਦੇ ਆਰਟੀਕਲ ਦੇ ਵਿੱਚੋਂ ਰਿਜ਼ਲਟ 'ਚ ਬਹੁਤ ਹੀ ਈਜ਼ੀ ਰਿਜ਼ਲਟ ਹੈ ਕਿ ਜੇਕਰ ਫੰਕਸ਼ਨ ਮੋਨੋਟੋਨ ਹੁੰਦਾ ਤਾਂ ਉਹ ਬਾਊਂਡਡ ਵੇਰੀਏਸ਼ਨ ਵੀ ਹੋਏਗਾ ਹੀ ਹੋਏਗਾ। ਅਤੇ ਜਦੋਂ ਤੁਸੀਂ ਇਸ ਚੈਪਟਰ ਦੇ ਐਂਡ 'ਤੇ ਜਾਓਗੇ ਤਾਂ ਜਦੋਂ ਐਗਜ਼ਾਮਪਲਸ ਮਿਲਦੀਆਂ ਨੇ ਉਹਦੇ ਵਿੱਚੋਂ ਇਹ ਐਗਜ਼ਾਮਪਲ ਆਈ ਹੋਈ ਸੀਗੀ ਰੀਪ੍ਰਜੈਂਟ ਦਾ ਫੋਲੋਇੰਗ ਇਨ ਦਾ ਡਿਫਰੈਂਸ ਬਿਟਵੀਨ ਦਾ 2 ਇਨਕਰੀਜ਼ਿੰਗ ਫੰਕਸ਼ਨ। ਇਹ ਸੀਗਾ ਬੱਚੇ ਸਾਡਾ ਏ ਸੈਕਸ਼ਨ। ਈਜ਼ੀ ਸੀਗਾ, ਜੋ ਜਿਹੀਆਂ ਥਿਓਰਮ ਸੀਗੀਆਂ ਜਿਹਨਾਂ 'ਤੇ ਅਸੀਂ ਇੰਪੋਰਟੈਂਟ ਕਹਿ ਸਕਦੇ। ਦੇਖੋ 4 ਕੁਐਸਚਨ ਸੀ, 2 ਅਟੈਂਪਟ ਕਰਨੇ ਆ ਤਾਂ 4 ਦੇ ਵਿੱਚੋਂ 2 ਤੁਸੀਂ ਈਜ਼ੀਲੀ ਅਟੈਂਪਟ ਕਰ ਸਕਦੇ ਸੀ। ਜੇ ਕਿਸੇ ਨੇ ਇਹ ਵੀ ਦਿਖਿਆ ਹੋਏ ਕਿ ਅੱਧਾ ਚੈਪਟਰ ਕਰ ਲਈਏ, ਪਹਿਲਾਂ ਕਰ ਲਈਏ ਤਾਂ ਵੀ ਉਹ ਈਜ਼ੀਲੀ ਅਟੈਂਪਟ ਕਰ ਸਕਦਾ ਸੀ। ਨੈਕਸਟ ਬੀ ਪਾਰਟ ਆ। ਬੀ ਪਾਰਟ ਦੇ ਵਿੱਚੋਂ ਬੱਚੇ ਜਿਹੜੀ ਥਿਓਰਮ ਫਸਟ ਆਈ ਹੋਈ ਸੀਗੀ, ਕਹਿੰਦੇ ਜੇ ਮੋਨੋਟੋਨਿਕ ਇਨਕਰੀਜ਼ਿੰਗ ਆ ਤਾਂ ਰਾਈਮਨ ਸਟੈਲਜਸ ਹੋਏਗਾ ਜੇਕਰ ਇਹ ਕੰਡੀਸ਼ਨ ਫੁੱਲਫਿਲ। ਇਹ ਨੈਸੈਸਰੀ ਅਤੇ ਸਫੀਸ਼ੀਐਂਟ ਕੰਡੀਸ਼ਨ ਦੇ ਵਿੱਚੋਂ ਆ ਗਿਆ ਬੱਚੇ, ਇੰਪੋਰਟੈਂਟ ਸੀਗਾ ਆਇਆ ਹੋਇਆ। ਉਸ ਤੋਂ ਬਾਅਦ ਆ ਬਹੁਤ ਹੀ ਈਜ਼ੀ ਸੀਗਾ ਕਿ ਪ੍ਰੂਵ ਕਰਨਾ ਕਿ ਇਹਦੀ ਇੰਟੀਗ੍ਰੇਸ਼ਨ ਵਾਲਾ ਬੱਚੇ ਜਦੋਂ ਰਾਈਮਨ ਸਟੈਲਜਸ ਇੰਟੈਗਰਲ ਵਾਲਾ ਸੈਕਿੰਡ ਚੈਪਟਰ ਪੜ੍ਹਦੇ ਹੋ ਤਾਂ ਉਹਦੇ ਲਾਸਟ ਐਕਸਰਸਾਈਜ਼ ਦੇ ਵਿੱਚ ਜੋ ਐਗਜ਼ਾਮਪਲ ਦਿੱਤੀਆਂ ਨੇ ਉਹ ਰਾਈਮਨ ਇੰਟੈਗਰਲ ਦੀਆਂ ਐਗਜ਼ਾਮਪਲਸ ਨੇਗੀਆਂ। ਉੱਥੋਂ ਇਹ ਕੁਐਸਚਨਸ ਆਇਆ ਹੋਇਆ ਜਿੱਥੇ ਫਸਟ ਮੀਨ ਵੈਲਿਊ ਅਤੇ ਫਸਟ ਮੀਨ ਵੈਲਿਊ ਥਿਓਰਮ ਨਾਲ ਇਹਨੂੰ ਅਸੀਂ ਪ੍ਰੂਵ ਕਰਨਾ ਸੀ। ਉਸ ਤੋਂ ਬਾਅਦ ਆ ਰਾਈਮਨ ਸਟੈਲਜਸ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਆਇਆ ਹੋਇਆ। ਡੈਫੀਨੇਸ਼ਨ ਕੀ ਕਹਿੰਦੀ ਹੈ, ਅਸੀਂ ਉਹਨੂੰ ਡਿਵਾਈਡ ਕਰ ਸਕਦੇ ਹਾਂ ਅਤੇ ਮਤਲਬ ਇੰਟੈਗਰਲ ਨੂੰ ਤੋਂ ਬ੍ਰੇਕ ਕਰਕੇ ਲਿਖ ਸਕਦੇ ਹਾਂ, ਫਿਰ ਉਸ ਤੋਂ ਬਾਅਦ ਉਹਨੂੰ ਸੋਲਵ ਕਰ ਸਕਦੇ ਹਾਂ। ਅੱਗੇ ਜਿਹੜਾ ਇਹਦੇ ਵਿੱਚੋਂ 7th ਕੁਐਸਚਨ ਸੀਗਾ ਉਹ ਸੀਗਾ ਸਾਡੇ ਕੋਲ ਇਹ ਵੀ ਬੱਚੇ ਜਦੋਂ ਤੁਸੀਂ ਆਰਟੀਕਲਸ ਦੇਖੋਗੇ ਇਹਦੇ ਅੱਗੇ ਪਿੱਛੇ ਨਾ ਇੰਪੋਰਟੈਂਟ ਨੇ। ਐਫ ਇਜ਼ ਮੋਨੋਟੋਨ, ਐਲਫਾ ਇਜ਼ ਕੰਟੀਨਿਊਸ, ਦੈਨ ਐਫ ਇਜ਼ ਰਾਈਮਨ ਸਟੈਲਜਸ ਵਿਦ ਰਿਸਪੈਕਟ ਟੂ ਐਲਫਾ। ਇੱਥੇ ਹੀ ਨੀਅਰ ਅਬਾਊਟ ਪਿਆ ਹੋਏਗਾ ਬੱਚੇ। ਜੇਕਰ ਐਫ ਕੰਟੀਨਿਊਸ ਆ, ਐਲਫਾ ਮੋਨੋਟੋਨ ਫੰਕਸ਼ਨ ਆ, ਦੈਨ ਇਹ ਰਾਈਮਨ ਇੰਟੀਗ੍ਰੇਬਲ ਹੋਏਗਾ। ਜੇਕਰ ਡਿਫਰੈਂਸ਼ੀਏਬਲ ਆ ਦੈਨ, ਜੇਕਰ ਐਫ ਫਾਈਨਾਈਟ ਨੰਬਰ ਆਫ ਡਿਸਕੰਟੀਨਿਊਟੀਜ਼ ਨੇ ਤਾਂ ਵੀ ਉਹ ਰਾਈਮਨ ਸਟੈਲਜਸ ਹੋਏਗਾ। ਮਤਲਬ ਜਿੱਥੇ ਆ ਆਰਟੀਕਲ ਮਿਲੇਗਾ ਬੱਚੇ ਉਹਦੇ ਹੀ ਨੀਅਰ ਅਬਾਊਟ 3-4 ਆਰਟੀਕਲ ਨੇ ਜੋ ਇੰਪੋਰਟੈਂਟ ਫਾਰਮ 'ਚ ਨੇ। ਤੁਸੀਂ ਉਹ ਆਰਟੀਕਲਸ ਨਹੀਂ ਛੱਡ ਕੇ ਜਾਣੇ। ਇਹਨਾਂ ਦੇ ਵਿੱਚ ਜਿਵੇਂ ਹੁਣ ਇੱਥੇ ਕੰਟੀਨਿਊਸ ਆ ਗਿਆ ਤਾਂ ਇੱਕ ਅਗਲਾ ਆਰਟੀਕਲ ਤੁਹਾਨੂੰ ਦੇਖਣ ਨੂੰ ਹੋਰ ਮਿਲ ਸਕਦਾ। ਫਿਰ ਉਸੇ
ਲਾਈਨ ਸੀਰੀਜ਼ 'ਚ ਚੱਲੋਗੇ ਬੱਚੇ ਨੇੜੇ ਤੇੜੇ ਹੀ ਆ ਵੀ ਆਰਟੀਕਲ ਪਿਆ ਜਿੱਥੇ ਅਸੀਂ ਇਹ ਮੋਡ ਵਾਲਾ ਪ੍ਰੂਫ ਕਰਾਉਣਾ ਕਿ ਜੇਕਰ ਐਲਫਾ ਮੋਨੋਟੋਨ ਹੋਏਗਾ ਦੈਨ ਇਹ ਜਿਹੜੀ ਇੰਟੀਗ੍ਰੇਸ਼ਨ ਦਾ ਇਹ ਰਿਜ਼ਲਟ ਆ ਉਹ ਹੋਲਡ ਕਰਦਾ ਹੋਏਗਾ, ਇਨਕੁਐਲਿਟੀ ਹੋਲਡ ਕਰਦੀ ਹੋਏਗੀ। ਇਹਦੇ ਵਿੱਚੋਂ ਵੀ ਬੱਚੇ ਤੁਸੀਂ ਈਜ਼ੀਲੀ ਅਟੈਂਪਟ ਕਰ ਸਕਦੇ ਸੀ, ਸਕੋਰ ਕਰ ਸਕਦੇ ਸੀ। ਜਿਵੇਂ ਨੈਸੈਸਰੀ ਅਤੇ ਸਫੀਸ਼ੀਐਂਟ ਕੰਡੀਸ਼ਨ ਤੁਸੀਂ ਈਜ਼ੀਲੀ ਅਟੈਂਪਟ ਕਰ ਸਕਦੇ ਸੀ ਜੇ ਅਸੀਂ ਕੀਤੀ ਹੋਏਗੀ। ਐਂਡ ਸੈਕਿੰਡ ਜਿਹੜੀ ਸਾਡੇ ਕੋਲ ਪਾਰਟ ਆ ਜਿਹੜਾ ਇਹਦੇ ਵਿੱਚੋਂ ਆਹ ਵਾਲੀ ਆਰਟੀਕਲ ਸਿੱਧਾ ਆਰਟੀਕਲ ਪਿਆ ਸੀ ਇਹ ਕਰ ਸਕਦੇ ਸੀ। ਜੇਕਰ ਤੁਸੀਂ ਸਾਨੂੰ ਪਤਾ ਕਿ ਇਹ ਇੰਪੋਰਟੈਂਟ ਹੈ, ਅਸੀਂ ਛੱਡ ਕੇ ਨਹੀਂ ਸੀ ਜਾਣੀ ਮੋਨੋਟੋਨ ਅਤੇ ਐਲਫਾ ਕੰਟੀਨਿਊਸ ਦੀ, ਤਾਂ ਇਹ ਵੀ ਈਜ਼ੀਲੀ ਕੁਐਸਚਨ ਦੇ ਵਿੱਚ ਅਸੀਂ ਨਹੀਂ ਵੀ ਸੋਚ ਰਹੇ ਵੀ ਕਿ ਐਗਜ਼ਾਮਪਲ ਅਸੀਂ ਛੱਡ ਰਹੇ ਹਾਂ ਜਾਂ ਇਕੱਲੀ ਥਿਊਰਮਸ ਵੀ ਅਟੈਂਪਟ ਕਰ ਰਹੇ ਹਾਂ ਤਾਂ ਵੀ ਈਜ਼ੀਲੀ ਪੇਪਰ ਹੋ ਸਕਦਾ ਸੀ। ਉਸ ਤੋਂ ਬਾਅਦ ਜਿਹੜਾ ਪਾਰਟ ਸੀ ਆ ਕੰਪਲਸਰੀ ਪਾਰਟ ਆ, ਉਹਦੇ ਵਿੱਚ ਕੀ ਸੀਗਾ ਕਹਿੰਦੇ ਜੇਕਰ ਆਪਣੇ ਕੋਲ ਸਾਈਨ ਐਕਸ ਆ 0 ਤੋਂ π/2 ਕੀ ਇਹ ਬਾਊਂਡਡ ਵੇਰੀਏਸ਼ਨ ਹੋਏਗਾ ਟੋਟਲ ਬੱਚੇ 0 ਤੋਂ π/2 ਫੰਕਸ਼ਨ ਕੀ ਹੁੰਦਾ ਮੋਨੋਟੋਨ ਇਨਕਰੀਜ਼ਿੰਗ ਹੁੰਦਾ ਜਾਂ ਡਿਕਰੀਜ਼ਿੰਗ ਹੁੰਦਾ, ਇਨਕਰੀਜ਼ਿੰਗ ਹੁੰਦਾ ਜੀ। ਇਨਕਰੀਜ਼ਿੰਗ ਹੁੰਦਾ ਤਾਂ ਮੋਨੋਟੋਨ ਫੰਕਸ਼ਨ ਬਾਊਂਡਡ ਵੇਰੀਏਸ਼ਨ ਹੁੰਦਾ, ਬਾਊਂਡਡ ਵੇਰੀਏਸ਼ਨ ਹੋ ਗਿਆ। ਤਾਂ ਟੋਟਲ ਵੇਰੀਏਸ਼ਨ 0 ਤੋਂ π/2 ਦੇ ਵਿੱਚ ਵੈਲਿਊ ਕਿੰਨੀ ਵੇਰੀ ਕਰਦੀ ਹੈ 0 ਤੋਂ ਲੈ ਕੇ 1 ਤੱਕ ਜਾਂਦੀ ਹੈ, ਤਾਂ ਟੋਟਲ ਵੇਰੀਏਸ਼ਨ ਕਿੰਨੀ ਹੋ ਗਈ ਇਹਦੀ 1 ਹੋਣੀ ਸੀਗੀ। ਇਫ ਐਫ ਤੇ ਜੀ ਬਾਊਂਡਡ ਵੇਰੀਏਸ਼ਨ ਦੈਨ ਐਫ ਮਾਈਨਸ ਜੀ ਇਜ਼ ਆਲਸੋ ਬਾਊਂਡਡ ਵੇਰੀਏਸ਼ਨ ਕਹਿੰਦੇ ਦੈਨ ਐਫ ਮਾਈਨਸ ਜੀ ਵੀ ਬਾਊਂਡਡ ਵੇਰੀਏਸ਼ਨ ਹੋਵੇਗਾ। ਇਹ ਵੀ ਬੱਚੇ ਜਦੋਂ ਅਸੀਂ ਟੋਟਲ ਵੇਰੀਏਸ਼ਨ ਦੀ ਐਗਜ਼ਾਮਪਲ ਸ਼ੁਰੂ ਕਰਦੇ ਉੱਥੇ ਪਿਆ। ਐਡੀਟਿਵ ਪ੍ਰੋਪਰਟੀ ਆਫ ਟੋਟਲ ਵੇਰੀਏਸ਼ਨ ਦੇਖੋ ਉੱਧਰ ਕੀ ਆਇਆ ਸੀਗਾ ਐਡੀਟਿਵ ਪ੍ਰੋਪਰਟੀ ਆਫ ਆਰਕ ਲੈਂਥ, ਇੱਧਰ ਕੀ ਆ ਗਿਆ ਟੋਟਲ ਵੇਰੀਏਸ਼ਨ ਦੀ। ਰਿਜ਼ਲਟ ਸੇਮ ਆ ਬੱਚੇ ਕਿ ਜਿਵੇਂ ਏ ਤੋਂ ਲੈ ਕੇ ਬੀ ਪਾਰਟ ਆ ਉਹਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ ਏ ਟੂ ਸੀ ਪਲੱਸ ਏ ਸੀ ਟੂ ਬੀ, ਇਸ ਫਾਰਮ 'ਚ ਲਿਖ ਸਕਦੇ ਹਾਂ। ਇਹ ਸਾਡੇ ਕੋਲ ਕੀ ਹੈ ਐਡੀਟਿਵ ਪ੍ਰੋਪਰਟੀ ਆਫ ਟੋਟਲ ਵੇਰੀਏਸ਼ਨ। ਅੱਗੇ ਰੈਕਟੀਫਾਈਬਲ ਕਰਵ ਕੀ ਹੁੰਦੀ ਹੈ ਜਿਹਦੀ ਸਾਡੇ ਕੋਲ ਲੈਂਥ ਹੁੰਦੀ ਹੈ, ਜਿਹਦੀ ਅਸੀਂ ਲੈਂਥ ਫਾਈਂਡ ਆਊਟ ਕਰ ਸਕਦੇ ਹਾਂ। ਅੱਗੇ ਰਾਈਮਨ-ਸਟੈਲਜ਼ਸ ਸਮ ਜਦੋਂ ਸੈਕਿੰਡ ਚੈਪਟਰ ਸਟਾਰਟ ਕਰੋਗੇ ਉਹਦੀ ਫਸਟ ਹੀ ਡੈਫੀਨੇਸ਼ਨ ਸਾਡੇ ਕੋਲ ਪਈ ਹੈ ਰਾਈਮਨ-ਸਟੈਲਜ਼ਸ ਸਮ ਆਫ ਅ ਫੰਕਸ਼ਨ, ਉਹ ਕੀ ਹੁੰਦਾ। ਅੱਗੇ ਇੰਟੀਗਰਲ ਫੰਡਾਮੈਂਟਲ ਥਿਓਰਮ ਆਫ ਇੰਟੀਗਰਲ ਕੈਲਕੂਲਸ, ਇਹ ਬੱਚੇ ਜਿਹੜੇ ਵੀ ਆਹ ਥਿਓਰਮਸ ਪਾਈਆਂ ਹੋਈਆਂ ਨੇ ਇਹਨਾਂ ਦੇ ਮੇਰੀ ਪਲੇਲਿਸਟ 'ਚ ਜਾਇਓ ਐਨਾਲਿਸਿਸ ਦੀ, ਉੱਥੇ ਤੁਹਾਨੂੰ ਇਹਨਾਂ ਦੇ ਪ੍ਰੂਫ ਵੀ ਆ ਜਿਹੜੇ ਉਹ ਮਿਲ ਜਾਣਗੇ। ਉੱਥੋਂ ਤੁਸੀਂ ਈਜ਼ੀ ਵੇ ਦੇ ਵਿੱਚ ਹੈਂਡ ਰਿਟਨ ਰੂਟਸ ਨੇ ਉਹਨਾਂ ਨੂੰ ਵੀ ਫੋਲੋ ਕਰ ਸਕਦੇ ਹੋ। ਇਹ ਵੀ ਆਰਟੀਕਲ ਤੁਹਾਨੂੰ ਮੇਰੀਆਂ ਜਿਹੜੀਆਂ ਉਹ ਪਲੇਲਿਸਟ ਉਹਦੇ ਵਿੱਚੋਂ ਮਿਲ ਜਾਏਗਾ। ਰਾਈਮਨ-ਸਟੈਲਜ਼ਸ ਦੇ ਵਿੱਚ ਜਾਓਗੇ ਜੇਕਰ ਐਂਡ ਸਾਡੇ ਕੋਲ ਐਲਫਾ ਕੋਈ ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ ਆ, ਐਫ ਕੋਈ ਨੋਨ ਨੈਗੇਟਿਵ ਇੰਟੈਗਰੇਬਲ ਫੰਕਸ਼ਨ ਆ ਔਨ ਏ ਟੂ ਬੀ, ਦੈਨ ਆ ਪ੍ਰੂਵ ਕਰਨਾ ਕਿ ਇਹਦੀ ਵੈਲਿਊ ਗ੍ਰੇਟਰ ਦੈਨ। ਇਹ ਸਾਨੂੰ ਬੱਚੇ ਜੇਕਰ ਤੁਹਾਨੂੰ ਕੋਈ ਵੀ ਡਾਊਟ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ 'ਚ ਦੱਸ ਸਕਦੇ ਹੋ, ਨਹੀਂ ਕੋਈ ਥਿਓਰਮ ਮੇਰੇ ਪਾਰਟਸ ਦੇ ਵਿੱਚੋਂ ਲੱਭ ਰਹੀ ਤਾਂ ਦੱਸ ਸਕਦੇ ਹੋ, ਮੈਂ ਉਹਨਾਂ 'ਤੇ ਟਰਾਈ ਕਰੂੰਗੀ ਵੀਡੀਓ ਅਪਲੋਡ ਕਰਨ ਦੀ। ਬਟ ਇਹਨਾਂ ਦੇ ਵਿੱਚੋਂ ਇੱਕ ਵਾਰੀ ਜਾਣ ਤੋਂ ਪਹਿਲਾਂ ਜਾ ਸਕਦੇ ਹੋ, ਦੇਖ ਸਕਦੇ ਹੋ।